ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੀ। ਦਲ ਪੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਪੁੱਛਨ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ। ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਕਲਯੁਗ ਸੋਢੀ ਪੀੜੀਆਂ ਰੂਪ ਦਿਖਾਵਣ ਬਾਰੋ ਬਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੁਮਾਰਾ। ਜਾਕੋ ਨਾਮ ਨ ਦੀਆ ਮੇਰੇ ਸਤਿਗੁਰ ਸੇ ਮਰ ਜਨਮ ਹੈ ਗਾਵਾਰਾ।
कोट लाख सर्ब को राजा, जिस हृदय नाम तुम्हारा। जाको नाम न दिया मेरा सतगुर, से मर जन्म गवारा। मेरे सतगुर ही पत राख, चीत आवह तब ही पत पूरी। बिसरत रलिय खाक रहाव, रूप रंग खुशियाँ मन भोगण। ते ते छिद्र बेकारा, हर का नाम निधान कल्याणा। सूख सहज एहो सारा, माया रंग बिरंग खिनै मह। ज्यों बादर की छाया, से लाल भये गूढ़ रंग राते। जिन गुर मिल हर हर गाया, ऊच मूच अपार स्वामी अगम दरबारा। नामो वड्याई शोभा नानक खसम प्यारा। ऊच मूच अपार स्वामी अगम दरबारा। नामो वड्याई शोभा नानक खसम प्यारा। वाहिगुरु जी का खालसा, वाहिगुरु जी की फतेह। परम सन्मानयोग जुग जुग अटल चबर छत्र तख दे मालक, हालत पल दे रखियक, सर्व सांझी बालता दा उपदेश देण वाले। धन धन साहिब श्री गुरु ग्रंथ साहिब सच्चे सतगुरु जी की पावन पवित्र निੱਘੀ गोद अंदर जुड़ बैठे गुरु रूप गुरु सवारे सतसंगी जनों। आप जी बड़ियां भागां वाले हो, जो दशमेश पिता गुरु कलगीधर सतगुरु अमृत के दाते सर्वांश दानी सहबे कमाल हक हक अंदेश गुरु गोबिंद सिंह बादशाह दरवेश गुरु गोबिंद सिंह शाह शहनशाह। धन धन साहिब श्री गुरु गोबिंद सिंह महाराज जी की चरण छो धरती महान पवित्र अस्थान गुरुद्वारा मंजी साहिब आलमगीर विखे अमृत बेले तो हाजरियां भर के सतसंगत करके सतगुरु जी दियां खुशियां प्राप्त कर रहे हो। अमृत वेले तो सजे दीवाना विच आप जी ने हुणे ही सत्कार जो गुरु घर दे कीर्तनियां पासों श्री आसा जी दी वार दे कीर्तन श्रवण कीते हन। सो आओ गुरु सवारे जिथे समा है जो चल रही लड़ीवार गुरबाणी दी कथा आप संगतां श्रवण करदियां आ रहीआं हन। उथे अज नाल ही मीरी पीरी दे मालक पंज प्याले पंज पीर छठम पीर बैठा गुर भारी। अर्जन काया पलट कै मूरत हर गोबिंद सवारी। चली पीढ़ी सोढियां रूप दिखावन बारो बारी। दल भंजन गुर सूरमा बड जोधा बहु परोपकारी।
ਜਿਹੜੇ ਦਲਾਂ ਨੂੰ ਭੰਜਣ ਵਾਲੇ ਵੱਡੇ ਸੂਰਮੇ ਯੋਧੇ ਪਰਉਪਕਾਰੀ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅੱਜ ਗੁਰਤਾ ਗੱਦੀ ਦਿਵਸ ਦਿਹਾੜਾ ਹੈ। ਸੋ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗੁਰਤਾ ਗੱਦੀ ਦਿਵਸ ਦਿਹਾੜੇ ਦੀ ਲੱਖ ਲੱਖ ਵਧਾਈ। ਆਓ ਕੁਝ ਸਮੇਂ ਲਈ ਆਪਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਸੰਬੰਧੀ ਗੁਰਮਤਿ ਦੀਆਂ ਵਿਚਾਰਾਂ ਕਰੀਏ। ਉਪਰੰਤ ਫਿਰ ਜੋ ਲੜੀਵਾਰ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ, ਸ਼ਬਦ ਦੀ ਵਿਚਾਰ ਆਪਾਂ ਬਾਅਦ ਵਿੱਚ ਕਰਾਂਗੇ। ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਸੰਬੰਧੀ ਆਪ ਜੀ ਭਲੀ ਭਾਤ ਜਾਣੂ ਹੋ ਕਿ ਕਿਵੇਂ ਸਤਿਗੁਰੂ ਜੀ ਦਾ ਪ੍ਰਕਾਸ਼ 1595 ਦੇ ਵਿੱਚ ਗੁਰੂ ਕੀ ਬਡਾਲੀ, ਪਿੰਡ ਦਾ ਨਾਮ ਹੈ ਬਡਾਲੀ, ਜੋ ਸਤਿਗੁਰ ਦੇ ਮੁਬਾਰਕ ਚਰਨ ਪਏ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਧਰਤੀ ਪੂਜਨੀਕ ਹੋ ਜਾਂਦੀ ਹੈ। ਗੁਰੂ ਦੇ ਚਰਨ ਪੈਣ ਦੇ ਨਾਲ ਉਹ ਗੁਰੂ ਕੀ ਬਡਾਲੀ ਬਣ ਗਈ। ਉਸ ਸਥਾਨ ਵਿਖੇ, ਉਸ ਨਗਰ ਦੇ ਵਿੱਚ ਹਰਗੋਬਿੰਦ ਨਵਾਂ ਨਰੋਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਛੇਵੇਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਜਗਤ ਮਾਤਾ ਮਾਤਾ ਗੰਗਾ ਜੀ, ਉਹਨਾਂ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਪਾਤਸ਼ਾਹ ਜੀ ਸੰਸਾਰ ਵਿੱਚ ਪ੍ਰਗਟ ਹੋਏ ਨੇ। ਫਿਰ ਆਪ ਜੀ ਭਲੀ ਭਾਤ ਜਾਣੂ ਹੋ ਕਿ ਜਦੋਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ, ਗੁਰੂ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਗੁਰੂ ਘਰ ਦੇ ਵਿੱਚ ਗੁਰਬਾਣੀ ਦੇ ਪਹਿਰੇ ਲੱਗ ਰਹੇ ਨੇ, ਸ਼ਬਦ ਪੜ੍ਹੇ ਜਾ ਰਹੇ ਹਨ। ਸਤਿਗੁਰੂ ਜੀ ਖੁਸ਼ੀ ਦੇ ਵਿੱਚ, ਪ੍ਰੇਮ ਦੇ ਵਿੱਚ ਭਿੱਜ ਕੇ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ ਕਿ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅੰਧ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤ ਹੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਬ ਰਹਿਆ ਸਭਨੀ ਜਾਈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਫਿਰ ਸਤਿਗੁਰੂ ਜੀ ਨੇ ਸ਼ੁਕਰਾਨੇ ਹਿਤ ਸ਼ਬਦ ਉਚਾਰਨ ਕੀਤਾ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਤੁਰਠ ਗਏ, ਮੇਰ ਦੇ ਘਰ ਵਿੱਚ ਆਏ। ਜਿਹੜੀ ਇਹ ਦਾਤ ਸੀ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਮਹਾਰਾਜ ਦੀ ਪਾਸਪੁੱਤਰ ਪ੍ਰਾਪਤ ਹੋਇਆ, ਕੁੱਖ ਨੂੰ ਭਾਗ ਲੱਗੇ ਮਾਤਾ ਗੰਗਾ ਜੀ ਦੇ। ਉਹ ਗੁਰੂ ਸਵਾਰੇ ਸਤਿਗੁਰੂ ਇਸ ਤਰ੍ਹਾਂ ਸਾਨੂੰ ਦੱਸਦੇ ਨੇ, ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨਵਾਦ ਕਰ ਰਹੇ ਨੇ। ਦੇਖੋ ਹੁਣ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ, ਅਤੇ ਸਤਿਗੁਰੂ ਉਸ ਨਿਰੰਕਾਰ ਦਾ ਵਾਹਿਗੁਰੂ ਦਾ ਧੰਨਵਾਦ ਕਰਦੇ ਨੇ। ਅਤੇ ਸਾਨੂੰ ਸਿੱਖਿਆ ਕੀ ਮਿਲਦੀ ਹੈ ਕਿ ਸਾਡੇ ਘਰ ਦੇ ਵਿੱਚ ਇਹ ਖੁਸ਼ੀਆਂ ਵਾਲੇ ਦਿਨ ਆਉਣ। ਕਿਸੇ ਬੱਚੇ ਨੇ ਜਨਮ ਲੈਣਾ ਕੀਤਾ ਅਤੇ ਉਦੋਂ ਆਪਾਂ ਗੁਰੂ ਸਾਹਿਬਾਨ ਜੀ ਵੱਲੋਂ ਪਾਏ ਹੋਏ ਪੂਰਨੇ 'ਤੇ ਆਪਾਂ ਚੱਲੀਏ। ਇਹ ਨਹੀਂ ਕਿ ਖੁਸ਼ੀ ਦੇ ਵਿੱਚ ਆਪਾਂ ਇਸ ਤਰ੍ਹਾਂ ਮਸਤ ਹੋ ਜਾਈਏ ਕਿ ਗੁਰੂ ਨੂੰ ਭੁੱਲ ਜਾਈਏ, ਗੁਰੂ ਦੀ ਮਰਜ਼ਾਦਾ ਨੂੰ ਭੁੱਲ ਜਾਈਏ, ਸਾਰੇ ਕੰਮ ਆਪਾਂ ਮਰਜ਼ਾਦਾ ਤੋਂ ਉਲਟ ਕਰਨ ਲੱਗ ਜਾਈਏ। ਫਿਰ ਗੁਰੂ ਸਵਾਰੇ ਉਸ ਸਮੇਂ ਸਾਨੂੰ ਗੁਰੂ ਦੀਆਂ ਖੁਸ਼ੀਆਂ ਨਹੀਂ ਮਿਲ ਸਕਦੀਆਂ ਨੇ। ਜਿਸ ਗੁਰੂ ਨੇ ਦਾਤਾਂ ਦਿੱਤੀਆਂ ਨੇ, ਉਸ ਗੁਰੂ ਦੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਅਸੀਂ ਨਾ ਸ਼ੁਕਰੇ ਨਾ ਬਣੀਏ, ਗੁਰੂ ਦਾ ਸ਼ੁਕਰ ਕਰੀਏ, ਧੰਨਵਾਦ ਕਰੀਏ। ਸੋ ਜਿਵੇਂ ਹੁਣ ਬਚਪਨ ਦੇ ਵਿੱਚ ਹੁਣ ਗੁਰੂ ਘਰ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ, ਉਧਰ ਸ਼ਰੀਕਾਂ ਦੇ ਘਰ ਵਿੱਚ ਪ੍ਰਿਥੀ ਚੰਦ ਜੋ ਸਤਿਗੁਰ ਦਾ ਵੱਡਾ ਭਰਾਤਾ ਸੀ, ਅੰਮ੍ਰਿਤਸਰ ਰਹਿ ਰਿਹਾ ਸੀ, ਜਿਹਦੇ ਮਨ ਵਿੱਚ ਇਹ ਸੀ ਕਿ ਮਾਤਾ ਗੰਗਾ ਜੀ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੰਸਾਰ ਤੋਂ ਉਤਰੇ ਜਾਣਗੇ, ਇਹਨਾਂ ਦੇ ਘਰ ਸੰਤਾਨ ਨਹੀਂ ਹੋਵੇਗੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ
मेरा पुत्र मेहरबान ही गुरु बनेगा। पर जदों हुण बाबा बुढ़ा साहब जी के बचनों के राही जदों हुण साहबजादे दे प्रकाश हो गए तो शरीकां दे घर अग बल रही है, अंदरों सड़ रहे ने। बड़ियां कोशिशां कीतियां, कदे गुरु सवारियो दाई नूं भेजना कीता कि तू जहर दे के खत्म करना कर। वो बचपन दे विच दाई की कल्याण की गई। कदे खड़ावे नूं भेजना कीता, माया दिती है कि इनू तू जहर देना कर। तो उदों भी साहबजादे ने आम बच्चियां वांग गुरु सवारियो रोना कीता। ते सतगुरु सारी शादत समझ गए। वो जिहड़ा देही सी जिहदे जहर मिलाया होया सी, वो सतगुर दा पालतू कुत्ता सी। उस कूकर नूं शिकाना कीता ते सामने तड़फता कूकर ने अपनी जान त्याग दी। फिर ब्राह्मण ने सारी गाथा दसी है। सामने सतगुरु पातशाह दे वो ब्राह्मण भी उस तरह मरिया है। फिर गुरु सवारे सपेरा छड्डिया गया। सपेरा आया, उन्हें सप छड्डिया तो साहबजादा हरगोबिंद साहब महाराज गोडियां दे पर रुढ़दे सी ते बचपन दे विच ही सप नूं पकड़ के धरती उत्ते पड़का के मारिया ते सप नूं मार दिता। इहो जिहियां बहुत सारियां घटनावां आप जी ने श्रवण कीतियां हन। फिर वो समा भी आया जदों सन 16 फिर सतगुरु गुरु की बडाली तकरीबन 3 साल का समा पातशाह जी ने गुरु की बडाली विखे बतीत किया। उपरंत पातशाह जी फिर अमृतसर की धरती ते आए ने। अमृतसर की धरती ते सतगुरु जी ने बड़े परोपकार साडे उत्ते कीते। सब तो बड़ा परोपकार कि चोजी प्रीतम पातशाह जी ने जो धन गुरु अर्जन धन गुरु अमरदास पातशाह महाराज बचन कर गए सी कि दोहता बाणी का बोहता, जिहड़ा ये साडा दोहता है ये बाणी का जहाज रचेगा। अज वो समा आ गया। रामसर वाले स्थान ते सतगुरु पातशाह जी ने तैयारी करवाई है तो गुरु सवारियो गुरबाणी दीयां पोथियां एक थां ते इकत्तर कीतियां ते भाई साहब भाई गुरदास जी नूं लखारी ला के सतगुरु चोजी प्रीतम पातशाह महाराज जी बाणी लिखते जा रहे, जिहदे भट्टां दी बाणी, भगतां दी बाणी, गुरसिखां दी बाणी दर्ज कीती। ते बाणी दी अखंडता नूं मुख रखदियां होइयां चोजी प्रीतम पातशाह महाराज जी ने असैत ही झलने सन। शहादत का जाम पीना सी, क्योंकि उस समय जो सतगुरु जी बाणी रच रहे सी, लिखवा रहे सन, उदों बहुत सारे कवि जन पातशाह दे कोल पहुँचे सी, जिन्हों छज्जू पीलू धन्ना ये इस तरह गुरु सवारियो शाह हुसैन काना, छज्जू पीलू काना ते शाह हुसैन ये 4 जो लाहौर के रहन वाले सी, ये भी सतगुरां दे कोल आके पहुँचे। कहन लगे साडी बाणी दर्ज करो। पातशाह कहने सुनाओ। जो सुनी है तो इन्हां दी एक बाणी कविता के रूप में सी। तो पातशाह कहन लगे तुहाडी जिहड़ी ये बाणी है ना, ये बाणी नहीं है, ये कवि की गल है, ये गुरमत के अनुसार नहीं है। ये भी गुरु सवारे फिर सतगुर की शहीदी का कारण बने ने। इन्हों ने जाके शिकायत की है। बाकी पृथ्वी चंद ते धन गुरु अर्जन देव महाराज झगड़ा ये मेन कारण सी। ते इस तरह जो समा आया गुरु सवारियो सन 1604 दे विच गुरु ग्रंथ साहब महाराज की पावन बीड़ तैयार हो गई। जो बीड़ तैयार हुई है फिर सतगुरु चोजी प्रीतम पातशाह महाराज विचार करते हैं कि इस ग्रंथ की टहल सेवा लई किनू स्थापित किया जाए। उदों सतगुरु जी ने सारे सिखां वाल देखिया ते निगाह पई है ब्रह्म ज्ञानी बाबा बुढ़ा साहब जी वाल कि बाबा बुढ़ा साहब जी तो बड़ा कोई गुरसिख नहीं हो सकता है। ये गुरु नानक पातशाह तो लैके हुण तां गुरु घर की सेवा करते आ रहे हैं। इतिहास दसदा है कि बाबा बुढ़ा साहब जी के सीस उत्ते गुरु ग्रंथ साहब महाराज का स्वरूप विराजमान किया। आप धन गुरु अर्जन देव महाराज चौर कर रहे हैं तो एक नगर कीर्तन के रूप दे विच रामसर वाले स्थान तो
ਜ ਗੁਰੂ ਸਵਾਰਿਓ ਅੰਮ੍ਰਿਤਸਰ ਦੀ ਧਰਤੀ, ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ। ਬਦ ਗੁਰੂ ਰਾਮਦਾਸ ਪਾਤਸ਼ਾਹ ਨਗਰੀ ਦੇ ਵਿੱਚ ਹਰਿਮੰਦਰ ਸਾਹਿਬ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਸਰੂਪ ਲਿਆਂਦੇ ਗਏ। ਜਿਸ ਵਕਤ ਗੁਰੂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਹਰਿਮੰਦਰ ਸਾਹਿਬ ਵਿਖੇ ਬਿਰਾਜਮਾਨ ਕੀਤੇ ਨੇ, ਇਤਿਹਾਸ ਦੱਸਦਾ ਹੈ ਕਿ ਰਾਮਸਰ ਵਾਲੇ ਸਥਾਨ ਤੋਂ ਜਿੱਥੇ ਬਹੁਤ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਨਾਲ ਸੀ, ਉੱਥੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਨਾਲ ਸੀ। ਫਿਰ ਗੁਰੂ ਸਵਾਰਿਓ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ। ਇਹ ਪਹਿਲਾ ਹੁਕਮਨਾਮਾ ਸਿੱਖ ਪੰਥ ਦੀ ਝੋਲੀ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪਾਉਣਾ ਕੀਤਾ। ਫਿਰ ਉਸ ਤੋਂ ਉਪਰੰਤ ਇੱਥੋਂ ਫਿਰ ਗੁਰੂ ਸਵਾਰੇ ਜਿਹੜੇ ਵਿਰੋਧੀ ਸਨ, ਉਹ ਸਾਜ਼ਿਸ਼ਾਂ ਘਟ ਰਹੇ ਸੀ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਨੂੰ ਖਤਮ ਕੀਤਾ ਜਾਵੇ। ਇਹ ਸਾਜ਼ਿਸ਼ ਵਿੱਚ ਕਾਮਯਾਬ ਵੀ ਹੋਏ ਨੇ, ਕਿਉਂਕਿ ਜਹਾਂਗੀਰ ਬਾਦਸ਼ਾਹ ਦਾ ਖੁਸਰੋ-ਦੀਨ ਨਾਲ ਝਗੜਾ ਸੀ। ਖੁਸਰੋ-ਦੀਨ ਜਦੋਂ ਪੰਜਾਬ ਦੀ ਧਰਤੀ 'ਤੇ ਆਇਆ, ਇਤਿਹਾਸਕਾਰ ਲਿਖਦੇ ਨੇ ਕਿ ਉਹਦਾ ਸਤਿਗੁਰੂ ਨਾਲ ਮਿਲਾਪ ਹੋਇਆ, ਪਰ ਬਹੁਤ ਅਦਾਰੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਗੁਰੂ ਸਾਹਿਬਾਨ ਨਾਲ ਮਿਲਾਪ ਹੀ ਨਹੀਂ ਹੋਇਆ ਸੀ। ਸਤਿਗੁਰਾਂ ਉੱਤੇ ਇੱਕ ਤੋਹਮਤ ਲਾਈ ਗਈ ਸੀ ਕਿ ਤੁਸੀਂ ਸਾਡੇ ਬਾਗੀ ਖੁਸਰੋ-ਦੀਨ ਨੂੰ ਸ਼ਰਨ ਦੇਣਾ ਕੀਤੀ ਹੈ, ਉਹਦੀ ਮਦਦ ਕੀਤੀ ਹੈ। ਇਹ ਇਲਜ਼ਾਮ ਲਾ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਫਿਰ ਗੁਰੂ ਲਾਹੌਰ ਸੱਦਿਆ ਗਿਆ ਸੀ। ਹੁਣ ਜਦੋਂ ਸਤਿਗੁਰੂ ਲਾਹੌਰ ਜਾਣ ਦੀ ਤਿਆਰੀ ਕਰਨ ਲੱਗੇ ਨਾ, ਮੁਰਤਜ਼ਾ ਖਾਂ ਲੈਣ ਵਾਸਤੇ ਆਇਆ, ਐਹਲਕਾਰ ਭੇਜੇ ਗਏ ਕਿ ਸਤਿਗੁਰੂ ਕਹਿਣ ਲੱਗੇ ਅਸੀਂ ਆਪ ਚੱਲ ਕੇ ਆਵਾਂਗੇ। ਤੁਰਨ ਤੋਂ ਪਹਿਲਾਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਵਿਚਾਰ ਕਰਦੇ ਨੇ। ਬਾਬਾ ਬੁੱਢਾ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਕੋਲ ਬਿਠਾਇਆ, ਅਤੇ ਜਦੋਂ ਵੀ ਸਤਿਗੁਰੂ ਦਾ ਗੁਰੂ ਘਰ ਦਾ ਕੋਈ ਮਸਲਾ ਹੁੰਦਾ ਸੀ ਨਾ, ਅਤੇ ਸਤਿਗੁਰੂ ਬਹੁਤ ਤਾਦਾਦ ਦੇ ਵਿੱਚ ਬਾਬਾ ਬੁੱਢਾ ਸਾਹਿਬ ਨਾਲ ਵਿਚਾਰ ਕਰਨੀ, ਫਿਰ ਭਾਈ ਗੁਰਦਾਸ ਜੀ ਨਾਲ ਵਿਚਾਰ ਕਰਨੀ। ਇਹਨਾਂ ਦੀ ਵਿਚਾਰ ਸੁਣ ਕੇ ਫਿਰ ਸਤਿਗੁਰੂ ਜੀ ਅੱਗੇ ਫੈਸਲਾ ਕਰਦੇ ਹੁੰਦੇ ਸੀ। ਹੁਣ ਜਦੋਂ ਸਤਿਗੁਰੂ ਬੈਠੇ ਨੇ, ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਕੋਲ ਨੇ, ਅਤੇ ਸਤਿਗੁਰੂ ਜੀ ਨੇ ਉਸ ਸਮੇਂ ਬਾਬਾ ਜੀ ਨੂੰ ਸਵਾਲ ਕੀਤਾ। ਕਹਿਣ ਲੱਗੇ, ਬਾਬਾ ਜੀ ਆਪ ਜੀ ਇਹ ਦੱਸਣਾ ਕਰੋ ਕਿ ਸਾਡਾ ਸਾਹਿਬਜ਼ਾਦਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਇਹ ਗੁਰਤਾ ਗੱਦੀ ਦੇ ਲਾਇਕ ਹੈ ਕਿ ਨਹੀਂ ਲਾਇਕ ਹੈ। ਅਤੇ ਉਸ ਸਮੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਇਹ ਬਚਨ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਆਪ ਜੀ ਤਾਂ ਅੰਤਰਜਾਮੀ ਹੋ, ਜੇ ਆਪ ਜੀ ਤੋਂ ਕੀ ਛੁਪਿਆ, ਜੇ ਮੈਨੂੰ ਪੁੱਛਦੇ ਹੋ ਨਾ, ਫਿਰ ਵੀ ਮੈਂ ਸਤਿਗੁਰੂ ਆਪ ਜੀ ਨੂੰ ਉੱਤਰ ਦਿੰਦਾ ਹਾਂ ਕਿ ਆਪ ਜੀ ਦਾ ਸਾਹਿਬਜ਼ਾਦਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਦੇ ਬਿਲਕੁਲ ਲਾਇਕ, ਸਾਰੇ ਗੁਣ ਗੁਰਤਾ ਗੱਦੀ ਵਾਲੇ, ਗੁਰੂ ਵਾਲੇ ਗੁਣ ਆਪ ਜੀ ਦੇ ਸਾਹਿਬਜ਼ਾਦੇ ਵਿੱਚ ਹਨ। ਫਿਰ ਸਤਿਗੁਰੂ ਬੜੇ ਪ੍ਰਸੰਨ ਹੋਏ ਨੇ। ਇਹ ਘਟਨਾ ਗੁਰੂ ਸਰ 1606 ਦੀ ਹੈ, ਲਾਹੌਰ ਜਾਣ ਤੋਂ ਪਹਿਲਾਂ ਸਤਿਗੁਰੂ ਸ਼ਹਾਦਤ ਹੋਈ ਹੈ। ਫਿਰ ਸਤਿਗੁਰੂ ਜੀ ਨੇ ਉਸ ਸਮੇਂ ਇਕੱਠ ਕੀਤਾ ਅੰਮ੍ਰਿਤਸਰ ਦੀ ਧਰਤੀ 'ਤੇ, ਸਾਰੀ ਸੰਗਤ ਨੂੰ ਸੰਬੋਧਨ ਕੀਤਾ। ਸੰਗਤ ਨੂੰ ਸੰਬੋਧਨ ਕਰਨ ਉਪਰੰਤ ਫਿਰ ਪਾਤਸ਼ਾਹ ਜੀ ਨੇ ਇਹ ਹੁਕਮ ਕਰ ਦਿੱਤਾ ਕਿ ਅਸੀਂ ਹੁਣ ਇਸ ਪੰਜ ਭੂਤਕ ਸਰੀਰ ਨੂੰ ਤਿਆਗ ਦੇਣਾ ਹੈ। ਲਾਹੌਰ ਦੀ ਧਰਤੀ 'ਤੇ ਜਾ ਕੇ ਅਸੀਂ ਭਾਣਾ ਵਰਤਾ ਦੇਣਾ ਹੈ, ਅਤੇ ਸਾਡੇ ਬਾਅਦ ਵਿੱਚ ਇਹ ਗੁਰਤਾ ਗੱਦੀ ਦਾ ਜੋ ਮਾਲਕ ਹੋਵੇਗਾ, ਗੁਰੂ ਨਾਨਕ ਦੀ ਗੱਦੀ ਦਾ 6ਵਾਂ ਵਾਰਸ ਸਾਡਾ ਸਾਹਿਬਜ਼ਾਦਾ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਹੋਣਗੇ। ਅੱਜ ਸਾਹਿਬਜ਼ਾਦਾ ਹਰਗੋਬਿੰਦ ਜੀ ਹਨ। ਫਿਰ ਗੁਰੂ ਬਣਨ ਤੋਂ ਬਾਅਦ ਇਹਨਾਂ ਦੇ ਨਾਮ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲੱਗ ਜਾਵੇਗਾ। ਅਤੇ ਕਹਿੰਦੇ ਨੇ ਗੁਰਤਾ ਗੱਦੀ ਦੀ ਰਸਮ 5 ਪੈਸੇ ਨਾਰੀ ਰੱਖ ਕੇ ਸਤਿਗੁਰੂ ਨੂੰ ਮੱਥਾ ਟੇਕ ਚੁੱਕੇ ਸੀ, ਜਿਵੇਂ ਵੱਡੇ ਗੁਰੂ ਸਾਹਿਬਾਨ ਪਹਿਲਾਂ ਤੋਂ ਕਰਦੇ ਆ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਸਜਦਾ ਕੀਤਾ,
गुरु अंगद दे मरण गुरु अमरदास पातशाह, गुरु अमरदास चौथे पातशाह जी नूं, ते इस तरह चौथे पातशाह ने अपने सपुत्र धन गुरु अर्जन देव महाराज नूं, ते इसे तरह हुण पंजवें गुरुदेव महाराज जी लाहौर जाण तो पहलां ऐलान कर चुके सी, ते 5 पैसे नारियल रख के पर 3 परिक्रमा करके मत्था टेक दिता सी, ते सतगुरु जी ने फिर चाले पाने सी। वो वखरी गल है कि गुरता गद्दी उत्ते विराजमान सतगुरु बाद विच होए ने। जदों धन गुरु अर्जन देव महाराज लाहौर की धरती ते असह तसीहे झल के शहादत का जाम पी गए, उस तो बाद फिर बाबा बुढ़ा साहब जी ने गुरता गद्दी रस्म अदा की सी। जो गरियाई की दस्तार गुरता गद्दी तिलक लाउणा, ये बाबा बुढ़ा साहब जी ने सारी निभाना की सी। ते गुरु सवारिओ इस तरह गुरु अर्जन देव महाराज ने ऐलान कर दिता। फिर सतगुरु जी ने अपने साहबजादे नूं समझाया कि पुत्र देख, आने वाला समा बड़ा भयंकर आ रहा है, तुसां ने शस्त्रधारी होना है, तुसीं अपने कोल सैना भर्ती करनी। गुरु पातशाह जी अंतरजामी से पता सी कि अगला समा जंगा युद्धां वाला है, ਵੱਧ तो ਵੱਧ सैना भर्ती करनी है, शस्त्र रखने, घोड़े रखने हैं, तो सारा जिन्ना भी जंग का साजो समान तुसीं अपने को तैयार करना है। तो नाल ही पातशाह महाराज ने यह वचन किए कि अपने सिखां नूं शस्त्र विद्या का अभ्यास जरूर कराना है। तो सतगुरु जी ये भी वचन कर चुके सी कि आने वाले समय में तुसीं एक तख्त की सिरजना करनी है, उस तख्त उत्ते बैठ के तुसीं फिर अपने सिखां नूं उपदेश दिया करना है। तो तख्त तो भाव सी श्री अकाल तख्त साहिब। तो इंज गुरु सवारिओ फिर धन गुरु अर्जन देव महाराज लाहौर की धरती ते पहुँचे। उत्थे जाके सतगुरु जी ने असह तसीहे झलना कीते ते शहादत का जाम पी गए ने। इधर गुरु हरगोबिंद साहब महाराज गुरता गद्दी ते विराजमान होए ने। तो गुरता गद्दी उत्ते सतगुरु विराजमान होए, बाबा बुढ़ा साहब जी ने सारी रस्म अदा की है। तो सतगुरु फिर गुरता गद्दी ते विराजमान होने उपरंत सारी संगत नूं संबोधन किया, क्योंकि पहलों तो चले आ रहे हैं। गुरु नानक पातशाह ने गुरु अंगद देव महाराज नूं गुरियाई बख्शिश की, तो गुरु अंगद देव महाराज नूं फिर हुक्म किया कि तुसीं हुण संगत नूं संबोधन करके वचन करो। फिर संगत नूं संबोधन कर गुरु अंगद देव महाराज ने वचन किए सी। इसे तरह हुण गुरु अर्जन देव महाराज ने वचन कर दिते सी कि संगत नूं संबोधन वचन करने ने। सतगुरु शहीद हो गए ने, ते पिछों गुरु सवारे सतगुरु जी ने सारी संगत नूं संबोधन करके अपनी रसना तो वचन कीते। सब तो पहला सतगुरु दा ये वचन सी कि जिन्हें मेरी खुशी लैनी है वो मेरे लिए वधिया नस्ल के घोड़े लैके आउण। जिन्हें जिहड़ा चाहुंदा है कि मैनूं गुरु दीयां खुशियां मिलन, फिर वो वध तो वध शस्त्र विद्या का अभ्यास करे। जिहड़ा चाहुंदा है कि गुरु दीयां मैनूं खुशियां मिलन, वो घोड़ सवारी, नेजे बाजे इत्यादि ये सारे जिन्ने भी जंग में जूझण वाले जिहड़े हथियार ने इहदा सारा अभ्यास करना करे। इत्थों तक गुरु पातशाह ने यह भी वचन किए, सिखां नूं पुछदे ने, जो सिख मत्था टेकदे ने आके पुछदे ने, सिखा तेरे किन्ने पुत्तर ने? कोई कहंदा पातशाह मेरे 5 ने, कोई कहंदा 7 ने, कोई कहंदा 4 ने। क्योंकि पुरातन समयां दे विच घरां दे विच बच्चे बहुत हुंदे सी, अजकल तो 1-2 ते सीमित हो गए आपां। ते उदों पुराने गुरसिखां दे बच्चे बहुत ज़्यादा हुंदे सी। कोई कहंदा सतगुरु मेरे 5 ने, कोई कहंदा 4 ने। तो धन गुरु हरगोबिंद साहब महाराज कहन लगे एक भाई सानू देना करो, असी अपनी सैना च भर्ती करना है। इंज गुरु सहुरे माझे के इलाके दे विचों बहुत सारे सूरमे सिरलथ योधे सिखां दे बच्चे गुरु हरगोबिंद साहब महाराज की सैना विच भर्ती हो गए सी। इत्थों तक जिहड़े वो लोड़वंद सी, जिन्हां दीयां बादशाह के दरबारां दे विच गुरु पहुँच नहीं सी, चाकरी ते रखिया नहीं जांदा सी,
ਉਹ ਵੀ ਲੋਕ ਸਤਿਗੁਰਾਂ ਦੇ ਦਰ 'ਤੇ ਆਏ, ਉਹਨਾਂ ਨੂੰ ਵੀ ਸਤਿਗੁਰਾਂ ਸੈਨਾ 'ਚ ਭਰਤੀ ਕੀਤਾ। ਇਸ ਤਰ੍ਹਾਂ ਗੁਰੂ ਸਾਹਿਬਾਨ ਜੀ ਨੇ ਫਿਰ ਗੁਰੂ ਸਵਾਰਿਓ ਆਪ ਵੀ ਸਤਿਗੁਰੂ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ। ਜਦੋਂ ਸਮਾਂ ਆਇਆ, ਜਦੋਂ ਸਮੇਂ ਦੀ ਨਿਜਾਕਤ ਨੂੰ ਸਮਝਦਿਆਂ ਹੋਇਆਂ ਪਾਤਸ਼ਾਹ ਨੇ ਦੇਖਿਆ ਬਹੁਤ ਸਾਰੇ ਸਤਿਗੁਰਾਂ ਕੋਲ ਇਹੋ ਜਿਹੀਆਂ ਗੱਲਾਂ ਪਹੁੰਚਦੀਆਂ ਸੀ ਕਿ ਸਤਿਗੁਰੂ ਪਾਤਸ਼ਾਹ ਜੀ, ਬਾਦਸ਼ਾਹ ਸਾਡੇ ਹੁਕਮਰਾਨ ਜਿਹੜੇ ਨੇ ਇਹ ਸਾਡੀ ਕੋਈ ਗੱਲਬਾਤ ਨਹੀਂ ਪੁੱਛਦੇ, ਇਹ ਲਾਲਚ ਬਸ ਹੋ ਕੇ ਵੱਡੀ ਦੇ ਕੇ ਹੱਕ ਦੁਆਏ ਦੀ ਹਾਲਤ ਹੋ ਗਈ ਹੈ। ਅਤੇ ਪਾਤਸ਼ਾਹ ਜੀ ਦੂਜਿਆਂ ਨੂੰ ਮਾਇਆ ਦੇ ਕੇ ਦੋਸ਼ੀਆਂ ਨੂੰ ਨਿਰਦੋਸ਼ ਸਾਬਤ ਕਰ ਦਿੰਦੇ ਨੇ, ਜਿਹੜੇ ਨਿਰਦੋਸ਼ ਨੂੰ ਦੋਸ਼ੀ ਬਣਾ ਦਿੰਦੇ ਨੇ। ਸਤਿਗੁਰੂ ਜੀ ਸਾਡੀ ਕੋਈ ਵੀ ਗੱਲਬਾਤ, ਸਾਡੀ ਫਰਿਆਦ ਨਹੀਂ ਸੁਣੀ ਜਾ ਰਹੀ ਹੈ। ਫਿਰ ਸਤਿਗੁਰੂ ਜੀ ਨੇ ਸਮੇਂ ਦੀ ਨਿਜਾਕਤ ਨੂੰ ਸਮਝਦਿਆਂ ਹੋਇਆਂ ਇੱਕ ਤਖਤ ਰਚਨਾ ਕੀਤਾ, ਜਿਹਨੂੰ ਅੱਜ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੈ ਅਤੇ ਇਤਿਹਾਸ ਦੱਸਦਾ ਕਿ ਸਤਿਗੁਰੂ ਚੋਜੀ ਪ੍ਰੀਤਮ ਪਾਤਸ਼ਾਹ ਮਹਾਰਾਜ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ, ਇਹ ਤਿੰਨੇ ਲੱਗੇ ਸਨ। ਕੋਈ ਹੋਰ ਸਿੱਖ ਨਹੀਂ ਲਾਇਆ, ਕੋਈ ਕਾਰੀਗਰ ਨਹੀਂ ਲਾਇਆ, ਰਾਜ ਮਿਸਤਰੀ ਨਹੀਂ ਲਾਣਾ ਕੀਤਾ। ਇੱਕ ਚੂਨਾ ਪਕੜਾ ਰਿਹਾ, ਇੱਕ ਨੇ ਹੱਥ 'ਚ ਕਾਂਡੀ ਪਕੜੀ ਹੋਈ ਹੈ, ਕਿ ਇੱਕ ਇੱਟਾਂ ਪਕੜਾ ਰਿਹਾ ਹੈ। ਇਸ ਤਰ੍ਹਾਂ ਗੁਰੂ ਸਰ ਆਪ ਚਣਾਈ ਕੀਤੀ ਸੀ, ਥੜਾ ਬਣਾਇਆ ਅਤੇ ਫਿਰ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀਵਾਨ ਸਜਾਉਂਦੇ ਸਨ। ਇਸੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਬੈਠ ਕੇ ਸਤਿਗੁਰੂ ਜੀ ਨੇ 2 ਤਲਵਾਰਾਂ ਪਹਿਨਣਾ ਕੀਤੀਆਂ ਸਨ, ਕਿਉਂਕਿ ਪਿਤਾ ਗੁਰੂ ਜੀ ਹੁਕਮ ਕਰ ਗਏ ਸੀ। ਸਤਿਗੁਰੂ ਨੇ ਦੇਖਿਆ ਕਿ ਸੰਸਾਰ ਦੇ ਵਿੱਚ 2 ਪ੍ਰਕਾਰ ਦੇ ਨਾਲ ਲੋਕ ਪੂਜਾ ਕਰਦੇ ਨੇ, 2 ਲੋਕਾਂ ਅੱਗੇ ਝੁਕਦੇ ਨੇ। ਇੱਕ ਤਾਂ ਜਿਹੜੇ ਧਾਰਮਿਕ ਗੱਦੀ ਦੇ ਉੱਤੇ ਬਿਰਾਜਮਾਨ ਧਾਰਮਿਕ ਇਨਸਾਨ ਹੋਣ, ਉਹਨਾਂ ਅੱਗੇ ਲੋਕ ਝੁਕਦੇ ਨੇ, ਸੰਤਾਂ ਮਹਾਂਪੁਰਖਾਂ ਦੇ ਅੱਗੇ। ਇੱਕ ਉਹ ਲੋਕ ਨੇ ਜਿਹੜੇ ਰਾਜਸੀ ਲੋਕ ਹਨ, ਰਾਜੇ ਮਹਾਰਾਜੇ ਬਾਦਸ਼ਾਹ ਇਤਿਆਦਿਕ, ਉਹਨਾਂ ਨੂੰ ਜਾ ਕੇ ਸਲਾਮਾਂ ਕਰਦੇ ਨੇ। ਅਤੇ ਗੁਰੂ ਅਰਜਨ ਦੇਵ ਮਹਾਰਾਜ ਤੱਕ ਜਿਹੜਾ ਸਮਾਂ ਸੀ ਗੁਰੂ ਸਵਾਰੇ, ਇਹ ਸ਼ਾਂਤਮਈ ਸੁਭਾਅ ਵਾਲਾ ਸੀ, ਭਗਤੀ ਦਾ। ਅਤੇ ਸਤਿਗੁਰੂ ਜੀ ਨੇ ਦੇਖਿਆ ਕਿ ਇਹ ਇਕੱਲੀ ਭਗਤੀ ਨਾਲ ਗੱਲ ਨਹੀਂ ਬਣਨੀ ਹੈ, ਅਤੇ ਭਗਤੀ ਨਾਲ ਸ਼ਕਤੀ ਵੀ ਚਾਹੀਦੀ ਹੈ। ਅਤੇ ਗੁਰੂ ਸਾਹਿਬਾਨ ਜੀ ਨੇ ਫਿਰ ਅਕਾਲ ਤਖਤ ਸਾਹਿਬ ਸਿਰਜਣਾ ਕਰਕੇ 2 ਤਲਵਾਰਾਂ ਪਹਿਨ ਲਈਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ। ਮੀਰੀ ਪੀਰੀ ਦਾ ਸੰਵਿਧਾਨ ਸਤਿਗੁਰੂ ਸਾਨੂੰ ਬਖਸ਼ਿਸ਼ ਕੀਤਾ। ਅਤੇ ਇਸ ਤਰ੍ਹਾਂ ਸਤਿਗੁਰੂ ਨੇ ਬਹੁਤ ਸਾਰੀਆਂ ਬਖਸ਼ਿਸ਼ਾਂ ਕੀਤੀਆਂ। ਅੰਮ੍ਰਿਤਸਰ ਦੀ ਸੁਰੱਖਿਆ ਦੇ ਲਈ ਗੁਰੂ ਸਵਾਰਿਓ ਇਹ ਕਿਲ੍ਹਾ ਸਿਰਜਣਾ ਕੀਤਾ, ਜਿਹਨੂੰ ਅੱਜ ਆਪਾਂ ਕਿਲ੍ਹਾ ਲੋਹਗੜ੍ਹ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ, ਜਿੱਥੇ ਸਤਿਗੁਰੂ ਦੇ ਜੀਵਨ ਕਾਲ ਦਾ ਪਹਿਲਾ ਜੰਗ ਹੋਇਆ ਸੀ ਮੁਗਲ ਸਿੱਖਾਂ ਦੇ ਨਾਲ। ਅਤੇ ਗੁਰੂ ਸਵਾਰੇ ਇਸ ਪ੍ਰਕਾਰ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਕਾਲ 4 ਜੰਗਾਂ ਲੜਨਾ ਕੀਤੀਆਂ, 4 ਜੰਗਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਅਤੇ 3 ਸ਼ਾਦੀਆਂ ਸਤਿਗੁਰੂ ਜੀ ਦੀਆਂ ਹੋਈਆਂ ਹਨ। ਬੀਬੀ ਮਾਤਾ ਦਮੋਦਰੀ ਜੀ, ਮਾਤਾ ਮਰਵਾਹੀ ਜੀ, ਮਾਤਾ ਨਾਨਕੀ ਜੀ। ਅਤੇ ਸਤਿਗੁਰੂ ਦੇ 5 ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ, ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਅਤੇ ਇੱਕ ਸਪੁੱਤਰੀ ਬੀਬੀ ਬੀਰੋ ਜੀ। ਇਹ ਸਤਿਗੁਰੂ ਦਾ ਪਰਿਵਾਰ। ਇਸ ਪ੍ਰਕਾਰ ਗੁਰੂ ਸਵਾਰੇ ਅੱਜ ਦਾ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ ਸਨ। ਸੋ ਜਦੋਂ ਸਤਿਗੁਰੂ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਨੇ ਅਤੇ ਉਦੋਂ ਤਕਰੀਬਨ ਸਤਿਗੁਰਾਂ ਦੀ ਉਮਰ 11 ਸਾਲ ਦੀ ਸੀ। ਸੋ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਗੁਰਤਾ ਗੱਦੀ ਦਿਵਸ ਦੀ ਲੱਖ ਲੱਖ ਵਧਾਈ। ਆਓ ਗੁਰੂ ਸਵਾਰਿਓ, ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਥਾਨ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਹੈ, ਆਪਾਂ ਖਰੀ ਅਰਥ ਵਿਚਾਰ ਸਮਰਨ ਕਰਾਂਗੇ, ਕਿਉਂਕਿ ਸਮਾਂ ਸੀਮਤ ਹੈ। ਅਤੇ ਮਾਰੂ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਕੋਟ ਲਾਖ ਸਰਬ ਕੋ ਰਾਜਾ, ਇਸ ਹਿਰਦੈ ਨਾਮ ਤੁਮਾਰਾ। ਸਤਿਗੁਰੂ ਜੀ ਆਰੰਭਤਾ ਵਿੱਚ ਬਚਨ ਕਰਦੇ ਨੇ, ਕਹਿੰਦੇ ਹੇ ਪ੍ਰਭੂ ਜੀ, ਜਿਨ੍ਹਾਂ ਦੇ ਹਿਰਦੇ ਵਿੱਚ ਹੇ ਮਾਲਕ ਪ੍ਰਭੂ ਤੁਹਾਡਾ ਨਾਮ ਹੈ, ਜਿਨ੍ਹਾਂ ਦੇ ਹਿਰਦੇ ਤੁਹਾਡਾ ਨਾਮ ਵਸਿਆ ਹੋਇਆ ਹੈ, ਅਸਲ ਵਿੱਚ ਉਹ ਲੱਖਾਂ ਕਰੋੜਾਂ ਦੇ ਹਿਰਦਿਆਂ ਉੱਤੇ ਰਾਜ ਕਰਨ ਵਾਲਾ ਹੈ। ਰਾਜੇ ਤੋਂ ਭਾਵ ਹੈ ਰਾਜ ਕਰਨ ਵਾਲਾ। ਹੁਣ ਦੁਨਿਆਵੀ ਰਾਜੇ ਦੀ ਗੱਲ ਨਹੀਂ,
कि जिहड़ा रब दा प्यारा हुंदा भजनीक पुरश हुंदा है, जिहड़ा मालक नाल इकमिक होवे, वो लखां ही श्रद्धालुआं दे मनां विच उहदा गुरु सर सत्कार बन जाता है। जे महापुरखां दी आपां गल करिए, संत बाबा ईश्वर सिंह जी राड़े वाले महापुरुष, संत बाबा अतर सिंह जी वस्तूणा साहब वाले, होर अनेकां महापुरख ने संसार दे विच, जिसने बंदगी कीती है, उन्हां दा नाम अज उन्हां दे लई हर एक सिखां दे लोकां लोकाई दे मन विच उन्हां दे प्रति शरधा है, सत्कार है। बेशक अज सरीरक तौर ते संसार विच नहीं हन, शरीरां दा ओला कीता होया है, पर उन्हां नूं गुरु सारे लोग अज भी सत्कार उन्हां दिन दिहाड़े मनाए जाते हैं। सो सतगुरु इत्थे बचन करते हैं, कहते हे परमात्मा, जिन्हां दे हिरदे च तुहाडा नाम होवे ना, तुहाडे नाम दा वासा हो जावे, फिर वो सारे लखां करोड़ां मनुखां दे जीवां दे हिरदियां उत्ते वो राज करते हैं। उन्हां नूं सत्कार मिलदा, वडियाई मिलदी है, मान सन्मान मिलदा है। फिर नाल ही सतगुरु जी अगली पंक्ति च हुण उन्हां दी गल करदे ने जिहड़े नाम तो हीणे ने। सतगुरु जी बचन हन, जाको नाम न दिया मेरा सतगुर, से मर जन्म है गवारा। एक पासे वो ने जिहड़े नाम जपदे ने, बंदगी करदे हैं, चंगे काम करदे ने, उन्हां नूं सत्कार मिलदा, वडियाई मिलदी है, इस लोक विच भी ते परलोक दे विच भी उन्हां दी पत इज्जत बनी रहिंदी है। दूजे पासे वो ने जिन्हां नूं मेरे सतगुरु जी ने नाम नहीं दिता। ये साडे उत्ते बड़ी बख्शिश है गुरु सवारिओ। आपां गुरु दी हजूरी विच बहिंदे हां, कथा कीर्तन सुणदे हां, हाजरियां भरदे हां, अमर छकिया होया है ते गुरु नूं सजदा करदे हां। ये एवें नहीं बख्शिशां प्राप्त हुंदियां, कोई चंगे साडे कर्म ने तां आपां गुरु दी हजूरी विच पहुंचदे हां। भागां तो बिना गुरु दे दीदार नहीं हो सकते हैं। कई परिवार इहो ਜਿਹੇ ने जिन्हां दा गुरुद्वारे की कंध नाल कंध सांझी है, घर बने हुए ने, उन्हें मत्था टेकण का हुक्म ही नहीं है। वो कोलों दी लंघदे, पता नहीं कितनी बार लंघदे ने, पर मत्था नहीं टेक सकते हो, क्योंकि हुक्म नहीं है गुरु का। ये साडे उत्ते बख्शिश है गुरु की, जिस गुरु सानू आप कृपा करके अपने कोल लिआंदा, सानू अपनी गोदी विच बिठाउंदा है। सो सतगुरु इत्थे बचन करदे, कहंदे भाई एक वो ने जिन्हां नूं कहंदे जाको नाम न दिया मेरा सतगुर, जिन्हां नूं मेरे, क्योंकि नाम मिलना कित्थों है? नाम मिलना गुरु पासों। गुरु दे दर ते आके बेनती करांगे तां गुरु ने सानू नाम दी दात देनी है। सतगुर सिख को नाम धन दे, गुर का सिख वड भागी है। सतगुर आयो शरण तुहारी, मिलै सूख नाम हर शोभा, चिंता लाहे हमारी। तो सतगुर के दर तो सुख मिलते, नाम मिलता, शोभा वडियाई मिलती है। इस करके नाम देने वाले सतगुरु जी हैं। तो पातशाह कहते हैं जदों वो गुरु साहबान जिन्होंने मेरे सतगुरु ने नाम नहीं दिता, उन्हों की हालत फिर किहो जी हो जाती है, से मर जन्म है गवारा। गवार तो सम भाव है बेसमझ लोग, जिन्होंने किसी प्रकार की सोझी नहीं है, बोध नहीं है, वो फिर बार बार मरते ने, बार बार जमते ने, टेढ़ियां मेढ़ियां जूनां विच वो भटकते रहंदे हन। नाम तो हीणे पुरश मेरे सतगुर ही पत राख, चीत आवह तब ही पत पूरी, बिसरत रलिया खाक। मेरे सतगुर ही पत राख। जिहड़े मेरे सतगुरु जी हैं, सतगुरु साहबान ही साडी पत इज्जत रखण वाले ने। क्योंकि बहुत सारे प्रमाण गुरबाणी भी सानू प्राप्त होंदे ने, जितों सानू सिक्ख्या मिले गुरु साहबान जी किवें अपने प्यारिਆਂ ਦੀ पत इज्जत रखते हैं। जिवें आपां सतगुर दे बचन पढ़ते हैं कि प्रेम पटोला तैसा दिता टक्कण कू पत मेरी। प्रेम पटोला, तैस पटोले का अर्थ है कपड़ा वस्त्र,
ਪ੍ਰੇਮ ਰੂਪੀ ਵਸਤਰ ਕਹਿੰਦੇ ਨੇ ਭੈ ਪ੍ਰਮਾਤਮਾ ਤੈਂ ਸਹਿ ਦਿੱਤਾ, ਤੈਂ ਮੈਨੂੰ ਦੇਣਾ ਕੀਤਾ ਕਾਹਦੇ ਲਈ? ਢੱਕਣ ਕੂ ਪੱਤ ਮੇਰੀ, ਮੇਰੀ ਪੱਤ ਇੱਜ਼ਤ ਢੱਕਣ ਵਾਸਤੇ। ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲੀਆ ਮੋਹੇ ਪਾਪੀ ਪੜਦਾ। ਪਾਪੀਆਂ ਦੇ ਪੜਦੇ ਕੱਜ ਲੈਂਦਾ ਸਤਿਗੁਰੂ ਜੀ। ਸਾਡੇ ਕੀਤੇ ਹੋਏ ਗੁਨਾਹਾਂ ਉੱਤੇ ਪਾਤਸ਼ਾਹ ਪੜਦਾ ਪਾ ਦਿੰਦੇ ਨੇ। ਇਸ ਕਰਕੇ ਗੁਰੂ ਸਵਾਰਿਓ ਮੇਰੇ ਸਤਿਗੁਰ ਹੀ ਪੱਤ ਰਾਖ, ਪੱਤ ਰੱਖਣ ਵਾਲੇ ਮੇਰੇ ਸਤਿਗੁਰੂ ਹੀ ਹਨ। ਸਤਿਗੁਰ ਤੋਂ ਬਿਨਾਂ ਕੋਈ ਹੋਰ ਪੱਤ ਇੱਜ਼ਤ ਨਹੀਂ ਰੱਖਣ ਵਾਲਾ। ਜਦੋਂ ਜਦੋਂ ਵੀ ਗੁਰੂ ਦੇ ਸਿੱਖ ਉੱਤੇ ਕੋਈ ਵਿਪਤਾ ਦਾ ਸਮਾਂ ਆਇਆ ਜਾਂ ਗੁਰੂ ਸਵਾਰੇ ਕੋਈ ਔਖਾ ਸਮਾਂ ਇਸ ਤਰ੍ਹਾਂ ਦਾ ਕਿ ਮਾਨੋ ਸਿੱਖ ਦੀ ਚਾਰ ਬੰਦਿਆਂ ਦੇ ਵਿੱਚ ਗੁਰੂ ਸੇ ਪੱਤ ਇੱਜ਼ਤ ਖੁਆਰ ਹੋਵੇ ਤੇ ਗੁਰੂ ਉਦੋਂ ਆਪ ਖਲੋ ਕੇ ਆਪਣੇ ਸਿੱਖ ਦੀ ਪੱਤ ਰੱਖਦਾ ਹੈ। ਬਹੁਤ ਸਾਰੇ ਇਤਿਹਾਸ ਸਾਨੂੰ ਹਵਾਲੇ ਪ੍ਰਾਪਤ ਹੁੰਦੇ ਨੇ। ਤੇ ਜਿਵੇਂ ਇੱਕ ਗੁਰੂ ਕਾ ਸਿੱਖ ਭਾਈ ਤਰਲੋਕਾ ਜੀ ਜਦੋਂ ਸਤਿਗੁਰੂ ਪੰਜਵੇਂ ਗੁਰ ਦੇ ਮਹਾਰਾਜ ਦੀ ਸ਼ਰਨ ਵਿੱਚ ਆਇਆ ਤੇ ਸਤਿਗੁਰੂ ਨੂੰ ਸਜਦਾ ਕੀਤਾ ਤੇ ਪਾਤਸ਼ਾਹ ਕਹਿੰਦੇ ਕੀ ਕਰਦਾ ਭਾਈ? ਕਹਿਣ ਲੱਗਿਆ ਪਾਤਸ਼ਾਹ ਮੈਂ ਬਾਦਸ਼ਾਹ ਦੇ ਕੋਲ ਹਾਂ, ਸੈਨਾਪਤੀ ਹਾਂ ਉਹਦਾ। ਸਤਿਗੁਰੂ ਕਹਿਣ ਲੱਗੇ ਭਾਈ ਜੀਵ ਹੱਤਿਆ ਨਹੀਂ ਕਰਨੀ। ਹੁਣ ਕਾਰਜ ਇਹੋ ਜਿਹਾ ਕਿ ਰਹਿਣਾ ਬਾਦਸ਼ਾਹ ਦੇ ਕੋਲ, ਲੋੜ ਪੈਣ ਤੇ ਤਲਵਾਰ ਚਲਾਉਣੀ ਹੈ, ਸ਼ਸਤਰ ਚਲਾਉਣਾ ਹੈ, ਪਰ ਗੁਰੂ ਕਹਿੰਦਾ ਹੈ ਕਿ ਨਹੀਂ ਜੀਵ ਹੱਤਿਆ ਨਹੀਂ ਕਰਨੀ। ਤੇ ਗੁਰੂ ਦੇ ਬਚਨ ਮੰਨ ਲਏ, ਆਪਣੇ ਮਿਆਨ ਵਿੱਚ ਲੱਕੜ ਦੀ ਸ਼੍ਰੀ ਸਾਹਿਬ ਤਿਆਰ ਕਰਕੇ ਪਾ ਲਈ। ਬਾਦਸ਼ਾਹ ਨਾਲ ਬੜੀ ਨੇੜਤਾ, ਪਰ ਚੁਗਲਖੋਰਾਂ ਨੂੰ ਪਤਾ ਲੱਗਿਆ। ਚੁਗਲਖੋਰਾਂ ਨੇ ਸ਼ਿਕਾਇਤ ਕਰ ਦਿੱਤੀ, ਕਹਿਣ ਲੱਗਿਆ ਬਾਦਸ਼ਾਹ ਸਲਾਮਤ, ਤੁਹਾਡਾ ਜਿਹੜਾ ਨਿਕਟਵਰਤੀ ਭਾਈ ਤਰਲੋਕਾ ਹੈ ਇਹਨੇ ਲੱਕੜ ਦੀ ਮਿਆਨ, ਲੱਕੜ ਦੀ ਸ਼੍ਰੀ ਸਾਹਿਬ ਪਹਿਨੀ ਹੋਈ ਹੈ, ਇਹ ਤੁਹਾਡੀ ਰੱਖਿਆ ਕੀ ਕਰੇਗਾ? ਹੁਣ ਬਾਦਸ਼ਾਹ ਨੂੰ ਵਿਸ਼ਵਾਸ ਸੀ, ਭਰੋਸਾ ਸੀ, ਨਿਕਟਵਰਤੀ ਸੀ, ਪਰ ਗੁਰੂ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਗਈਆਂ। ਇੱਕ ਦਿਨ ਬਾਦਸ਼ਾਹ ਨੇ ਤਰਤੀਬ ਬਣਾਈ, ਕਹਿਣ ਲੱਗਿਆ ਕਿ ਭਾਈ ਅੱਜ ਸਾਰਿਆਂ ਦੇ ਸ਼ਸਤਰ ਚੈੱਕ ਕਰਨੇ, ਜਿਹਦੀ ਸ਼੍ਰੀ ਸਾਹਿਬ, ਜਿਹਦੀ ਤਲਵਾਰ ਸਭ ਤੋਂ ਤਿੱਖੀ ਹੋਵੇਗੀ ਉਹਨੂੰ ਮੈਂ ਇਨਾਮ ਦੇਵਾਂਗਾ ਆਪਣੇ ਵਜੋਂ। ਕਰਨੀ ਦਾ ਪਰਖ ਸੀ। ਤੇ ਜਦੋਂ ਹੁਣ ਇਹ ਗੱਲ ਭਾਈ ਤਰਲੋਕੇ ਤੱਕ ਪਹੁੰਚੀ ਹੈ ਤੇ ਭਾਈ ਤਰਲੋਕਾ ਜੀ ਗੁਰੂ ਸਾਰੇ ਸੋਚਾਂ ਵਿੱਚ ਪੈ ਗਏ, ਹੁਣ ਕੀ ਕੀਤਾ ਜਾਵੇ। ਫਿਰ ਆਪਣੇ ਗੁਰੂ ਨੂੰ ਆਰਾਧਿਆ ਕਿ ਸੱਚੇ ਪਾਤਸ਼ਾਹ ਤੂੰ ਹੀ ਹੁਣ ਮੇਰੀ ਪੱਤ ਇੱਜ਼ਤ ਰੱਖਣਾ ਕਰ, ਤੂੰ ਮੇਰੀ ਪੱਤ ਰੱਖਣ ਵਾਲਾ ਹੈ। ਤੇ ਪਾਤਸ਼ਾਹ ਜੇ ਹੁਣ ਇੱਥੇ ਮੇਰਾ ਪਾਜ ਉਗੜ ਗਿਆ ਤੇ ਇੱਕ ਤਾਂ ਮੈਨੂੰ ਸਜ਼ਾ ਮਿਲੇਗੀ ਇੱਥੇ, ਦੂਜਾ ਮੇਰੀ ਜਿਹੜੀ ਪੱਤ ਇੱਜ਼ਤ ਬਣੀ ਹੋਈ ਹੈ ਬਾਦਸ਼ਾਹ ਦੀ ਨਿਗਾਹ ਵਿੱਚ ਉਹ ਸਾਰੀ ਖੁਆਰ ਹੋ ਜਾਵੇਗੀ। ਤੇ ਸੱਚੇ ਪਾਤਸ਼ਾਹ ਹੁਣ ਤੂੰ ਹੀ ਬਾਂਹ ਪਕੜਨਾ ਕਰ। ਕਹਿੰਦੇ ਅਰਦਾਸ ਬੇਨਤੀ ਕੀਤੀ ਹੈ, ਗੁਰੂ ਨੂੰ ਆਰਾਧ ਰਿਹਾ। ਉੱਧਰੋਂ ਗੁਰੂ ਸਵਾਰਿਓ ਬਾਦਸ਼ਾਹ ਇਕੱਲੇ ਇਕੱਲੇ ਦੀ ਸ਼੍ਰੀ ਸਾਹਿਬ ਚੈੱਕ ਕਰਦਾ। ਜਦੋਂ ਭਾਈ ਤਰਲੋਕੇ ਦੀ ਬਾਰੀ, ਨੇਤਰ ਬੰਦ ਨੇ, ਹੱਥ ਜੁੜੇ ਹੋਏ ਨੇ ਤੇ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰ ਰਹੇ ਹਨ। ਤੇ ਬਾਦਸ਼ਾਹ ਕਹਿਣ ਲੱਗਾ ਭਾਈ ਤਰਲੋਕੇ ਤੂੰ ਵੀ ਆਪਣੀ ਤਲਵਾਰ ਦਿਖਾਣਾ ਕਰ। ਜਦੋਂ ਹੁਣ ਗੁਰੂ ਸਾਹਿਬਾਨ ਦਾ ਨਾਮ ਲੈ ਕੇ ਉਹ ਸ਼੍ਰੀ ਸਾਹਿਬ ਬਾਹਰ ਕੱਢੀ ਹੈ ਤੇ ਗੁਰੂ ਸਵਾਰੇ ਉਹ ਫੌਲਾਦੀ ਲਿਸ਼ਕਦੀ ਹੋਈ ਤਲਵਾਰ ਸ਼੍ਰੀ ਸਾਹਿਬ ਬਣ ਗਈ। ਤੇ ਤਰਲੋਕਾ ਦੇਖ ਕੇ ਹੈਰਾਨ, ਜਿਹੜੇ ਚੁਗਲਖੋਰ ਸੀ ਝੂਠੇ ਪੈ ਗਏ ਨੇ। ਤੇ ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਆਪਣੇ ਸਿੱਖ ਦੀ ਪੱਤ ਇੱਜ਼ਤ ਰੱਖ ਲਈ। ਕਹਿਣ ਦਾ ਪਰ ਲੋੜ ਹੈ ਗੁਰੂ ਉੱਤੇ ਵਿਸ਼ਵਾਸ ਕਰਨ ਦੀ, ਭਰੋਸਾ ਕਰਨ ਦੀ। ਤੇ ਗੁਰੂ ਉੱਤੇ ਵਿਸ਼ਵਾਸ ਕੀਤਾ, ਭਰੋਸਾ ਕੀਤਾ ਤਰਲੋਕੇ ਨੇ ਤੇ ਸਤਿਗੁਰੂ ਦੀ ਪੱਤ 'ਚ ਰੱਖਣਾ ਕੀਤੀ ਹੈ। ਤੇ ਇੱਥੇ ਸਤਿਗੁਰੂ ਇਹ ਬਚਨ ਕਰਦੇ ਨੇ, ਮੇਰੇ ਸਤਿਗੁਰੂ ਹੀ ਪੱਤ ਰਾਖ। ਮੇਰੇ ਜੋ ਸਤਿਗੁਰੂ ਜੀ ਹਨ ਉਹੀ ਮੇਰੀ ਪੱਤ ਰੱਖਣ ਵਾਲੇ ਹਨ। ਚੀਤ ਆਵਹਿ ਤਬ ਹੀ ਪੱਤ ਪੂਰੀ। ਕਹਿੰਦੇ ਜਦੋਂ ਉਹ ਮਾਲਕ ਵਾਹਿਗੁਰੂ ਚੇਤੇ ਵਿੱਚ ਆ ਜਾਵੇ ਨਾ, ਫਿਰ ਹੀ ਪੱਤ ਪੂਰੀ ਹੁੰਦੀ ਹੈ। ਬਿਸਰਤ ਰਲੀ ਹੈ ਖਾਕ, ਜੇ ਹਰੀ ਪਰਮਾਤਮਾ ਬਿਸਰ ਜਾਵੇ, ਭੁੱਲ ਜਾਵੇ, ਹਰੀ ਨੂੰ ਭੁਲਾਉਣ ਦੇ ਨਾਲ ਕਹਿੰਦੇ ਇੱਕ ਤਰ੍ਹਾਂ ਖਾਕ ਵਿੱਚ, ਮਿੱਟੀ ਵਿੱਚ ਰਲੇ ਹੋਏ ਆ। ਫਿਰ ਉਹ ਇਸ ਤਰ੍ਹਾਂ ਮਨ ਇੱਕ ਤਰ੍ਹਾਂ ਮਿੱਟੀ ਹੈ, ਖਾਕ ਹੀ ਬਣ ਜਾਵਾਂਗੇ। ਇਸ ਕਰਕੇ ਹਰੀ ਪਰਮਾਤਮਾ ਗੁਰੂ ਸਾਹਿਬਾਨ ਦੇ ਚਰਨਾਂ 'ਚ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ,
सानू अपनी इन्नी शक्ति बख्शो ताकि असी अठे पहर आप जी की आराधना करते रहिए, आप जी के नाम नू, आप जी के बचनों नू अपने चित्त विच बसाउंदे रहिए। रहाओ रूप रंग खुशियाँ मन भोगण ते ते छिदर बेकारा। सतगुरु जी अगली पंक्ति बख्शिश कर रहे हैं, मनुख की ये हालत है रूप रंग तकना, पराया रूप वेखना, ते इस तरह खुशियां दे विच ऐसा मस्त हो जाना कि मनुख नूं ये नहीं चेते रहिंदा कि जिस मालक ने, जिस प्रभु ने, गुरु ने सानू खुशी देना कीती है, मैं उस गुरु का धन्नवाद करा। ते मन भांदे कहंदे इस तरह मन भांदियां गल्लां करदा ते अनेकां प्रकार दे विषय रस इत्यादिक भोग रहा है। कहते जिन्ने भी ये काम कर रहे हैं ना कि ते छिदर बेकारा, छिदर का अर्थ है शेक। कहते ये सारे तेरे अंदर बेकारां दे शेक हो रहे ने, माया दे विच गलतान होने करके तेरी हालत इहो जी हो गई है, तैनू उस तू ना शुकरा बन चुकिया है ते प्रभु परमात्मा का धन नहीं, धन्नवाद नहीं। ਜਿਹੜੇ ਛੇਕ ने ये दिन दिन ਵੱਡੇ ਹੁੰਦੇ जा रहे हैं, ये ਵੱਧਦੇ जा रहे हैं, भाव तेरे अंदर ये पंजां दा जोर ਵੱਧਦਾ जा रहा है। हर का नाम निधान कल्याणा सुख सहज एहो सारा। गुरु साहबान जी कहते ने ਜਿਹੜੇ तू काम दे वस हो के काम वासना नूं पूरी करने लई गलत काम करदा है, मन दे रूप रंग तकदा, खुशियां माणदा, कहंदे ये तां थोड़े समय दा कहंदे खुशी है, थोड़े समय दा आनंद है, ये खत्म हो जाएगा। कहंदे जे तू चाहता सदीवी काल दा सुख लैना, सुख सदीवी काल दा सुख लैण दे लई तैनूं हरि दा नाम जपना पवेगा। हरि दा नाम की है? हरि दा नाम निधान कल्याणा, निधियां दा खजाना है, कल्याण करने वाला, मुक्त करने वाला है, सूख सहज यह सारा। हरि दे नाम जिहड़े जपदे ने, जिन्हां को हरि दा नाम है ना, फिर उन्होंने जिंदगी दे सारे सुख ने वो फिर सहज वाली ज्ञान वाली अवस्था, जिहड़ी आत्मक अडोलता वाली अवस्था होंदी है, इत्थे मन कदे डोलदा नहीं है, इहो जी अवस्था फिर इनू ये सब कुछ हरि परमात्मा दे नाम विचों प्राप्त हो जाता है। माया रंग बिरंग खिनै मैं ज्यों बादर की छाया। हुण मनुख नूं जदों परमात्मा पासों धन संपदा प्राप्त हुंदी है, चार दमड़े मिल जाते हैं, तो मनुख फिर गुरु सवारियो माण करता है कि मेरे को बड़ी धन संपदा, मैं अमीर हाँ। सारे नहीं कि विच ऐसे भी हैं जिन्होंने धन संपदा मिलती है, वो प्रभु का शुक्र करते हैं, दाते का धन्नवाद करते हैं। पर 99% साड़ी हालत इहो जी है कि चार दमड़े सानू पिया मिल जाण ते आपां हंकार विच अपरे फिरदे ने। पातशाह कहंदे भाई जिहड़े ये माया का रंग है ना, कहंदे खिण मत जे बरंग हो जाता है, खत्म हो मुक जाता है। किवें मुकदा? कहंदे ज्यों बादर की छाया। बादर का अर्थ है बद्दल। बद्दल की छां आउंदी ना, वो थोड़े समय नहीं रहिंदी है, ਵੱਧ ਤੋਂ ਵੱਧ एक दिन 2 दिन रह सकती है, हफ्ता रह सकती है, हफ्ते तो बाद फिर सूरज निकलता ही है। गुरु सवारियो हुण देखो जिहो जिहा मौसम च आ रहा, कभी धुप चढ़ जाती है, कभी बदल हो जाता है, कभी बरखा होने लग पैंदी है, फिर सूरज चढ़ आउंदा है। तो इस तरह ही माया का रूप भी इस तरह का पातशाह कहते हैं बदल की छां की न्याय। माया की है? तो सतगुरु कहते माई माया छल तृण की अगन मेघ की छाया, गोबिंद भजन बिन हड़ का जल। माया छलनी है, तृण की अग, कखां की अग, कखां नूं अग लाइए इको दम बड़ा भांबड़ बलदा, पर थोड़े समय विच वो गुरु सरे खत्म हो जाती है। तृण की अगन मेघ की छाया, मेघ का अर्थ है बदल, कि बदलों की छां की न्याय। गोबिंद भजन बिन
ਹੜਕਾ ਜਲ, ਜਿਵੇਂ ਬੜੀ ਤੇਜ਼ੀ ਦੀ ਵਰਖਾ ਪਵੇ, ਦਰਿਆ ਸਮੁੰਦਰ ਭਰ ਜਾਣ, ਨਦੀਆਂ ਭਰ ਕੇ ਗੁਰੂ ਬਾਹਰ ਉਹਨਾਂ ਦਾ ਪਾਣੀ ਬਾਹਰ ਆਉਂਦਾ, ਅਤੇ ਕਈ ਵਾਰੀ ਉਹ ਫਸਲ, ਲੋਕਾਂ ਦੀ ਫਸਲ ਉਜੜ ਜਾਂਦੀ ਹੈ, ਫਸਲ ਡੁੱਬ ਜਾਂਦੀ ਹੈ। ਪਰ ਹੁੰਦਾ ਉਹ ਹੜ੍ਹ ਦਾ ਜਲ ਕੁਝ ਦਿਨਾਂ ਦੇ ਲਈ ਹੁੰਦਾ ਗੁਰੂ ਸਵਾਰਿਓ, ਜੋ ਬਹੁਤ ਵੱਡਾ ਲੋਕਾਂ ਦਾ ਨੁਕਸਾਨ ਕਰ ਦਿੰਦਾ ਹੈ। ਅਤੇ ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਇਹ ਮਾਇਆ ਦਾ ਰੂਪੀ ਹੋ ਜੇ ਆਏ। ਇਹ ਖਿਣ ਮਾਤਰ ਵਿੱਚ ਅੱਜ ਹੈ, ਕੱਲ੍ਹ ਨੂੰ ਪਤਾ ਨਹੀਂ ਤੇਰੇ ਕੋਲ ਹੋਣੀ ਕਿ ਨਹੀਂ ਹੋਣੀ ਮਨੁੱਖ। ਇਹ ਰੰਗ ਬਿਰੰਗ ਹੋ ਜਾਵੇ ਇੱਕ ਦਿਨ। ਕਹਿੰਦੇ ਜਿਸ ਤਰ੍ਹਾਂ ਤੈਨੂੰ ਤੇਰਾ ਸਾਥ ਛੱਡੇਗੀ, ਜੇ ਬੱਦਲ ਆਕਾਸ਼ ਵਿੱਚ ਆਉਂਦੇ ਤੇ ਉੱਡ ਜਾਂਦੇ ਨੇ, ਕਹਿੰਦੇ ਇਹ ਵੀ ਇੱਕ ਦਿਨ ਤੇਰੀ ਮਾਇਆ ਨੇ ਤੇਰਾ ਸਾਥ ਛੱਡ ਦੇਣਾ ਹੈ। ਸੇ ਲਾਲ ਭਏ ਗੂੜੈ ਰੰਗ ਰਾਤੇ, ਜਿਨ ਗੁਰ ਮਿਲ ਹਰ ਹਰ ਗਾਇਆ। ਪਾਤਸ਼ਾਹ ਜੀ ਬਚਨ ਕਰਦੇ, ਕਹਿੰਦੇ ਉਹ ਜਿਹੜੇ ਲਾਸੇ ਲਾਲ ਭਏ, ਉਹ ਲਾਲ ਹੋ ਗਏ। ਕਿਹੜੇ? ਗੂੜ੍ਹਾ ਰੰਗ ਰਾਤੇ, ਜਿਹੜੇ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰਾਤੇ ਤਦਾਕਾਰ ਨੇ। ਗੂੜ੍ਹਾ ਰੰਗ ਜਿਹਨੂੰ ਗੁਰਬਾਣੀ ਵਿੱਚ ਮਜੀਠੀ ਰੰਗ ਨਾਲ ਸੰਬੋਧਨ ਕੀਤਾ ਗਿਆ। ਦੋ ਪ੍ਰਕਾਰ ਦੇ ਰੰਗਾਂ ਦੀ ਗੱਲ ਕੀਤੀ ਗਈ ਹੈ, ਇੱਕ ਕੁਸੁੰਬੇ ਦਾ ਰੰਗ, ਇੱਕ ਮਜੀਠੀ ਰੰਗ। ਕੁਸੁੰਬੇ ਦਾ ਰੰਗ ਗੁਰੂ ਸਰ ਦੇਖਣ ਨੂੰ ਬੜਾ ਸੋਹਣਾ ਜਾਪਦਾ, ਬੜੀ ਦੀ ਲਾਟ ਹੁੰਦੀ ਹੈ, ਪਰ ਜੋ ਥੋੜ੍ਹਾ ਜਿਹਾ ਪਾਣੀ ਲੱਗ ਜਾਵੇ, ਧੁੱਪ ਲੱਗ ਜਾਵੇ, ਉਹ ਕੁਸੁੰਬੇ ਦਾ ਰੰਗ ਉੱਡ ਜਾਂਦਾ ਹੈ, ਕੱਚਾ ਰੰਗ। ਅਤੇ ਮਜੀਠੀ ਰੰਗ ਕੱਪੜੇ ਨੂੰ ਚਾੜੀਏ ਅਤੇ ਕੱਪੜਾ ਗੁਰੂ ਸਰੇ ਪਾਟ ਜਾਂਦਾ ਹੈ, ਟੁਕੜੇ ਟੁਕੜੇ ਹੋ ਜਾਂਦਾ, ਪਰ ਉਹ ਰੰਗ ਨਹੀਂ ਉਤਰਦਾ। ਜਿਹੜਾ ਮਜੀਠੀ ਰੰਗ, ਜਿਹੜਾ ਕੁਸੁੰਬੇ ਦਾ ਰੰਗ ਹੈ, ਕਿਸੇ ਕੋਈ ਆਪਣੇ ਆਪ ਨੂੰ ਧਰਮੀ ਅਖਵਾਉਂਦਾ ਹੋਵੇ, ਥੋੜ੍ਹੇ ਜਿਹੇ ਮਾਇਆ ਦੇ ਲਾਲਚ ਵੱਸ ਹੋ ਕੇ ਗੁਰੂ ਵੱਡੇ ਤੋਂ ਵੱਡਾ ਉਹ ਗਲਤ ਕੰਮ ਕਰ ਦਿੰਦਾ ਹੈ। ਜੇ ਗੰਗੂ ਨੇ ਮਾਇਆ ਦੀ ਥੈਲੀ ਦੇਖੀ ਸੀ, ਮਾਇਆ ਨੂੰ ਦੇਖ ਕੇ ਸਾਹਿਬਜ਼ਾਦਿਆਂ ਨੂੰ ਗੁਰੂ ਸਵਾਰਿਓ ਇਹ ਸੂਬਾ ਸਰਹੰਦ ਦੇ ਕੋਲ, ਕੋਤਵਾਲ ਦੇ ਕੋਲ ਪਕੜਾ ਦਿੱਤਾ। ਇਹ ਕੁਸੁੰਬੇ ਦੀ ਰੰਗ ਨਿਆਈ ਸੀ, ਥੋੜ੍ਹੇ ਸਮੇਂ ਦਾ ਉਹ ਮਾਇਆ ਸੀ, ਪਰ ਗੁਰੂ ਬਾਅਦ ਵਿੱਚ ਉਹ ਗੰਗੂ ਨੂੰ ਅੱਜ ਤੱਕ ਲਾਹਣਤਾਂ ਪੈ ਰਹੀਆਂ ਨੇ। ਇੱਕ ਮਜੀਠੀ ਰੰਗ, ਸਾਹਿਬਜ਼ਾਦਿਆਂ ਨੂੰ ਮਜੀਠੀ ਰੰਗ ਚੜ੍ਹਿਆ ਹੋਇਆ ਸੀ, ਨੀਹਾਂ ਵਿੱਚ ਖਲੋ ਕੇ ਫਿਰ ਵੀ ਆਪਣੇ ਧਰਮ ਨੂੰ ਨਹੀਂ ਭੁੱਲੇ। ਇਹ ਬਚਨ ਯਾਦ ਕੀਤ ਰੱਖੇ ਕਿ ਸਾਡੇ ਪਿਤਾ ਜੀ ਨੇ ਇਹ ਆਖਿਆ ਕਿ ਸਾਡਾ ਸੀਸ ਭਾਵੇਂ ਚਲਿਆ ਜਾਵੇ, ਪਰ ਆਪਾਂ ਧਰਮ ਤੋਂ ਨਹੀਂ ਹਾਰਨਾ। ਇਹ ਮਜੀਠੀ ਰੰਗ ਹੈ। ਚਰਖੜੀਆਂ ਉੱਤੇ ਚੜ੍ਹ ਜਾਣਾ, ਬਾਬਾ ਸਹਿਬਾਜ ਸਿੰਘ ਸਵੇਗ ਸਿੰਘ ਪਿਓ ਪੁੱਤਰ, ਇਹ ਮਜੀਠੀ ਰੰਗ ਹੈ। ਇਹੋ ਜਿਹਾ ਮਜੀਠੀ ਰੰਗ ਜਿਹੜੇ ਰੰਗੇ ਹੁੰਦੇ ਨੇ ਗੁਰੂ ਸਵਾਰੇ, ਉਹ ਕਦੇ ਪਰ ਉਤਰਦਾ ਨਹੀਂ ਹੈ। ਉਹ ਹੈ ਗੂੜ੍ਹਾ ਰੰਗ ਰਾਤੇ। ਸੇ ਲਾਲ ਪੇ, ਲਾਲ ਸੂਹੇ ਹੋ ਗਏ, ਗੂੜ੍ਹੇ ਰੰਗ ਚ ਰਾਤੇ ਤਦਾਕਾਰ ਹਨ। ਕਿਹੜੇ ਨੇ? ਜਿਨ ਗੁਰ ਮਿਲ ਹਰ ਹਰ ਗਾਇਆ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਹਰੀ ਪਰਮਾਤਮਾ ਨੂੰ ਬਾਰ-ਬਾਰ ਗਾਣਾ ਕੀਤਾ, ਬਾਰ-ਬਾਰ ਵਾਹਿਗੁਰੂ ਵਾਹਿਗੁਰੂ ਆਖਿਆ ਹੈ। ਅਸਲ ਵਿੱਚ ਉਹਨਾਂ ਨੂੰ ਫਿਰ ਇਹ ਨਾਮ ਦਾ ਰੰਗ ਲੱਗਦਾ ਹੈ। ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ। ਹੁਣ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰ ਰਹੇ ਨੇ। ਪਰਮਾਤਮਾ 'ਚ ਕਿਹੜੇ ਕਿਹੜੇ ਗੁਣ ਨੇ? ਕਹਿੰਦੇ ਪਰਮਾਤਮਾ ਊਚ ਉੱਚਾ ਹੈ, ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਊਚ ਮੂਚ ਅਪਾਰ ਸੁਆਮੀ, ਉਹ ਪਾਰਾਵਾਰ ਤੋਂ ਰਹਿਤ, ਉਹਦਾ ਕੋਈ ਹੱਦ ਬੰਨਾ ਨਹੀਂ ਹੈ। ਅਤੇ ਇਸ ਤਰ੍ਹਾਂ ਗੁਰੂ ਸਵਾਰਿਓ ਸਾਰਿਆਂ ਦਾ ਸੁਆਮੀ ਮਾਲਕ ਹੈ। ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਭਾਵ ਉੱਥੇ ਤੱਕ ਸਾਡੇ ਮਨ ਦੀ ਪਹੁੰਚ ਨਹੀਂ ਹੈ। ਅਤੇ ਉਹਦਾ ਦਰਬਾਰ ਵੀ ਵੱਡਾ ਹੈ। ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਇਸ ਤਰ੍ਹਾਂ ਉਸ ਮਾਲਕ ਦਾ ਦਰਬਾਰ ਵੀ ਵੱਡਾ ਹੈ। ਨਾਮੋ ਵਡਿਆਈ ਸੋਭਾ ਨਾਨਕ ਖਸਮ ਪਿਆਰਾ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ ਕਿ ਜਿਹੜੇ ਭਾਈ ਜਿਨ੍ਹਾਂ ਨੂੰ ਖਸਮ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ, ਜਿਹੜੇ ਨਾਮ ਜਪਦੇ ਨੇ, ਉਹ ਨਾਮ ਜਪ ਕੇ ਉਹਨਾਂ ਨੂੰ ਫਿਰ ਮਾਲਕ ਦੇ ਦਰ ਤੋਂ ਵਡਿਆਈ ਮਿਲਦੀ ਹੈ, ਸੋਭਾ ਸਤਿਕਾਰ ਮਿਲਦਾ ਹੈ, ਅਤੇ ਉਹ ਫਿਰ ਮਾਲਕ ਪ੍ਰਭੂ ਨੂੰ ਬੜੇ ਪਿਆਰੇ ਲੱਗਦੇ ਨੇ। ਉਹ ਪਰਮਾਤਮਾ ਨੂੰ ਪਿਆਰ ਕਰਦੇ ਨੇ,
जिन्ना प्यार परमात्मा नूं करदे ना, चौगुना प्यार वाहिगुरू उन्हां जीवां नूं अपने प्यारे भगतां नूं करदा है। क्योंकि जदों परमात्मा दा देखदा ना, जिवें एक पिता ते पुत्तर दा प्यार है, बच्चे दे सट लग जावे, बच्चे उपर औंकड़ दा समा आवे ते गुरु सवारे माँ बाप दा हिरदा दुखदा है। इस तरह ही जदों रब दे प्यारे भगतां दा कोई दिल दिखाउंदा है, उन्हां नूं दुख देण दी कोशिश करदा है, उदों परमात्मा दुखी हुंदा है। आपां पढ़दे आ रोज़ाना कि संतन दुख पाए ते दुखी, सुख पाए साधन के सुखी। तो इस तरह गुरु सवारे फिर वो परमात्मा नूं दुख हुंदा। इस करके वो परिपूर्ण परमात्मा बहुत ज़्यादा अपने प्यारे भगतां नूं, गुरमुखां नूं बड़ा प्यार करते हैं। इस करके आपां भी नाम जपीए, बाणी नूं पढ़ीए, बाणी नूं विचारीए, फिर साडा लोक सुखीए परलोक सहेले। नानक हर प्रभ आपे मेले दी पातशाह बख्शिश करनगे। होईयां भुलां चुकां दी खिमा। दुआरा फिर सारियां संगतां नूं धन धन साहिब श्री गुरु हरगोबिंद साहिब महाराज दे गुरता गद्दी दिवस दिहाड़े दी लख लख बधाई। जी का खालसा।